ਮੇਰੀ ਪਤਨੀ ਡਾਕਟਰ ਸੀ ਤੇ ਰੋਜ਼ ਨੂੰ ਉਸ ਦੀ ਡਿਊਟੀ ਹੁੰਦੀ ਸੀ। ਅਚਾਨਕ ਮੇਰੀ ਪਤਨੀ ਦੇ ਕੋਲ ਪੈਸਾ ਬਹੁਤ ਆ ਗਿਆ। ਪਤਨੀ ਦਾ ਰਾਜ਼ ਜਾਣਨ ਲਈ ਮੈਂ ਇੱਕ ਦਿਨ ਉਸ ਦੇ ਹਸਪਤਾਲ ਗਿਆ ਤਾਂ ਹਸਪਤਾਲ ਵਿੱਚ ਬਹੁਤ ਛੋਟੇ-ਛੋਟੇ ਬੱਚੇ ਸਨ ਤੇ ਜਦੋਂ ਮੈਂ ਪਤਨੀ ਦੇ ਕਮਰੇ ਵਿੱਚ ਗਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਮੇਰੀ ਪਤਨੀ 4 ਡਾਕਟਰਾਂ ਨਾਲ ਰਾਤ ਦੇ ਇਸ ਪਹਿਰ ਮੈਂ ਜੋ ਕੁਝ ਆਪਣੀ ਅੱਖਾਂ ਨਾਲ ਦੇਖਿਆ ਉਸ ਤੇ ਯਕੀਨ ਨਹੀਂ ਹੋ ਰਿਹਾ ਸੀ। ਮੇਰੀ ਉਹ ਪਤਨੀ ਜਿਸ ਤੇ ਮੈਨੂੰ ਖੁਦ ਨਾਲੋਂ ਜ਼ਿਆਦਾ ਭਰੋਸਾ ਸੀ, ਉਸਨੇ ਹੀ ਸਭ ਖਤਮ ਕਰ ਦਿੱਤਾ। ਮੇਰੀ ਪਤਨੀ ਮਰੀਜ਼ਾਂ ਦੇ ਇਲਾਜ ਦੇ ਨਾਮ ਤੇ ਰਾਤਾਂ ਹਸਪਤਾਲਾਂ ਵਿੱਚ ਗੁਜ਼ਾਰਿਆ ਕਰਦੀ ਸੀ, ਪਰ ਮੈਨੂੰ ਕਦੇ ਇਹ ਖਬਰ ਹੀ ਨਾ ਹੋਈ ਕਿ ਉਹ ਰਾਤਾਂ ਨੂੰ ਕੀ ਕਰਦੀ ਹੈ। ਮੈਂ ਤਾਂ ਸਮਝਦਾ ਸੀ ਕਿ ਉਹ ਆਪਣੇ ਕੰਮ ਪ੍ਰਤੀ ਜਾਗਰੂਕ ਹੈ, ਪਰ ਹੱਦ ਤੋਂ ਜ਼ਿਆਦਾ ਪਿਆਰ ਤੇ ਭਰੋਸਾ ਇਨਸਾਨ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਜਿਵੇਂ ਕਿ ਮੇਰੇ ਨਾਲ ਹੋਇਆ, ਮੈਂ ਅੱਖਾਂ ਬੰਦ ਕਰਕੇ ਉਸ ਤੇ ਵਿਸ਼ਵਾਸ ਕੀਤਾ ਸੀ ਕਿ ਉਹ ਮੈਨੂੰ ਕਦੇ ਧੋਖਾ ਨਹੀਂ ਦੇਵੇਗੀ, ਪਰ ਮੇਰੀ ਉਸੇ ਪਤਨੀ ਨੇ ਮੈਨੂੰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਸੀ। ਯਕੀਨਨ ਉਹ ਬੜੀ ਬੇਸ਼ਰਮ ਸੀ। ਮੈਂ ਉਸ ਬਾਰੇ ਅਜਿਹਾ ਸੋਚ ਵੀ ਨਹੀਂ ਸਕਦਾ ਸੀ ਕਿ ਕਦੇ ਉਹ ਵੀ ਇਸ ਤਰ੍ਹਾਂ ਕਰ ਸਕਦੀ ਹੈ। ਰਾਤਾਂ ਨੂੰ ਹਸਪਤਾਲ ਦੇ ਇੱਕ ਫੋਨ ਤੇ ਭੱਜਣਾ, ਮਰੀਜ਼ਾਂ ਦੇ ਨਾਮ ਤੇ ਬੇਚੈਨ ਹੋ ਜਾਣਾ, ਮੇਰੇ ਲੱਖ ਮਨਾ ਕਰਨ ਤੇ ਵੀ ਇੱਕ ਛੁੱਟੀ ਨਾ ਕਰਨਾ ਤੇ ਕੁਝ ਮਹੀਨਿਆਂ ਵਿੱਚ ਹੀ ਇੰਨੇ ਪੈਸੇ ਕਮਾ ਲੈਣਾ। ਇੱਕ ਕਰਕੇ ਮੈਨੂੰ ਹਰ ਗੱਲ ਸਮਝ ਆ ਗਈ ਸੀ। ਮੈਂ ਹਸਪਤਾਲ ਦੇ ਬਾਹਰ ਬੈਠਾ ਆਪਣੇ ਪਿਛਲੇ ਸਮੇਂ ਵਿੱਚ ਖੋ ਗਿਆ। ਮੇਰੇ ਤੇ ਸੁਮਨ ਦੇ ਵਿਆਹ ਨੂੰ 3 ਸਾਲ ਹੋਣ ਵਾਲੇ ਸਨ। ਇਨ੍ਹਾਂ 3 ਸਾਲਾਂ ਵਿੱਚ ਸਾਡੇ ਕੋਈ ਔਲਾਦ ਨਹੀਂ ਹੋਈ, ਪਰ ਇਸ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ ਸੀ। ਮੇਰਾ ਮੰਨਣਾ ਸੀ ਕਿ ਇਹ ਉੱਪਰ ਵਾਲੇ ਦੀ ਦੇਣ ਹੈ। ਜਦੋਂ ਰੱਬ ਨੇ ਚਾਹਿਆ, ਔਲਾਦ ਵੀ ਹੋ ਜਾਵੇਗੀ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਉਸ ਤੇ ਮਾਣ ਸੀ। ਦਿਨ ਹੋਵੇ ਜਾਂ ਰਾਤ, ਸੁਮਨ ਆਪਣੀ ਡਿਊਟੀ ਤੋਂ ਕਦੇ ਪਿੱਛੇ ਨਹੀਂ ਹਟਦੀ ਸੀ। ਉਹ ਇੱਕ ਛੋਟੇ ਹਸਪਤਾਲ ਵਿੱਚ ਕੰਮ ਕਰਦੀ ਸੀ। ਜਦੋਂ ਵੀ ਉਸ ਨੂੰ ਹਸਪਤਾਲ ਤੋਂ ਫੋਨ ਆਉਂਦਾ ਤਾਂ ਉਹ ਸਭ ਕੁਝ ਛੱਡ ਕੇ ਹਸਪਤਾਲ ਚਲੀ ਜਾਂਦੀ ਸੀ। ਮੈਂ ਤੇ ਸੁਮਨ ਅਲੱਗ ਘਰ ਵਿੱਚ ਹੀ ਰਹਿੰਦੇ ਸਨ। ਪਰਿਵਾਰ ਤੋਂ ਅਲੱਗ ਰਹਿਣ ਦਾ ਫੈਸਲਾ ਮੈਨੂੰ ਸੁਮਨ ਕਰਕੇ ਹੀ ਲੈਣਾ ਪਿਆ ਸੀ। ਸੁਮਨ ਦੇ ਕੰਮ ਕਰਕੇ ਮੈਂ ਇੱਕ ਅਲੱਗ ਘਰ ਵਿੱਚ ਰਹਿਣ ਦਾ ਫੈਸਲਾ ਲਿਆ ਸੀ। ਮੈਂ ਖੁਦ ਇੱਕ ਟਿਊਸ਼ਨ ਟੀਚਰ ਸੀ ਤੇ ਆਪਣਾ ਕੋਚਿੰਗ ਸੈਂਟਰ ਚਲਾਉਂਦਾ ਸੀ। ਮੇਰਾ ਕੰਮ ਚੰਗਾ ਚੱਲਦਾ ਸੀ ਤੇ ਸਾਡੇ ਘਰ ਦੇ ਹਾਲਾਤ ਵੀ ਵਧੀਆ ਸਨ। ਸੁਮਨ ਦੀ ਵੀ ਤਨਖਾਹ ਚੰਗੀ ਸੀ। ਉਹ ਆਪਣਾ ਸਾਰਾ ਖਰਚ ਆਪ ਕਰਦੀ ਸੀ। ਉਹ ਮੈਥੋਂ ਕਦੇ ਕਿਸੇ ਚੀਜ਼ ਦੀ ਫਰਮਾਇਸ਼ ਨਾ ਕਰਦੀ। ਪਰ ਕੁਝ ਦਿਨ ਬਾਅਦ ਸਾਡੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਕਿ ਸਭ ਕੁਝ ਬਦਲ ਕੇ ਰਹਿ ਗਿਆ ਤੇ ਮੈਨੂੰ ਪਤਾ ਚੱਲਿਆ ਕਿ ਇਨਸਾਨ ਜਿਵੇਂ ਦਾ ਦਿਸਦਾ ਹੈ, ਜ਼ਰੂਰੀ ਨਹੀਂ ਕਿ ਅਸਲ ਜ਼ਿੰਦਗੀ ਵਿੱਚ ਉਹ ਉਵੇਂ ਦਾ ਹੀ ਹੋਵੇ। ਮੇਰੀ ਛੋਟੀ ਭੈਣ ਦਾ ਵਿਆਹ ਤੈਅ ਹੋ ਗਿਆ। ਹੌਲੀ-ਹੌਲੀ ਸਾਰੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਮੇਰੀ ਇਕਲੌਤੀ ਭੈਣ ਦੇ ਵਿਆਹ ਵਿੱਚ ਵੀ ਸੁਮਨ ਆਪਣੇ ਕੰਮ ਵਿੱਚ ਬਹੁਤ ਵਿਅਸਤ ਸੀ। ਇੱਕ ਵੀ ਛੁੱਟੀ ਨਹੀਂ ਲੈ ਰਹੀ ਸੀ। ਪਿਛਲੇ ਕੁਝ ਸਮੇਂ ਤੋਂ ਉਹ ਰਾਤ ਦੀ ਡਿਊਟੀ ਹੀ ਕਰ ਰਹੀ ਸੀ। ਕਦੇ-ਕਦੇ ਐਮਰਜੈਂਸੀ ਵੇਲੇ ਉਹ ਦਿਨੇ ਵੀ ਹਸਪਤਾਲ ਆ ਜਾਂਦੀ ਸੀ। ਮੇਰੀ ਮਾਂ ਨੂੰ ਇਸ ਗੱਲ ਦੀ ਸ਼ਿਕਾਇਤ ਹੋਣ ਲੱਗੀ ਸੀ ਕਿ ਉਹ ਵਿਆਹ ਦੀ ਕਿਸੇ ਰਸਮ ਵਿੱਚ ਸ਼ਾਮਿਲ ਨਹੀਂ ਹੋ ਰਹੀ ਹੈ। ਮੈਂ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਕੰਮ ਹੀ ਅਜਿਹਾ ਹੈ ਕਿ ਉਹ ਛੁੱਟੀ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਗੁੱਸੇ ਵਿੱਚ ਕਿਹਾ ਕਿ ਤੇਰੀ ਪਤਨੀ ਹਸਪਤਾਲ ਦੀ ਇਕਲੌਤੀ ਡਾਕਟਰ ਨਹੀਂ ਹੈ, ਉੱਥੇ ਹੋਰ ਵੀ ਡਾਕਟਰ ਹੋਣਗੇ। ਉਸ ਨੂੰ ਆਪਣੀ ਨਨਾਣ ਦੇ ਵਿਆਹ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸਾਰੇ ਰਿਸ਼ਤੇਦਾਰ ਵੀ ਪੁੱਛ ਰਹੇ ਹਨ। ਮੈਂ ਤਾਂ ਹੁਣ ਵਿੱਚ ਵਿਚਾਲੇ ਫਸ ਗਿਆ ਸੀ। ਨਾ ਤਾਂ ਮਾਂ ਸਮਝ ਰਹੀ ਸੀ ਤੇ ਨਾ ਹੀ ਸੁਮਨ ਛੁੱਟੀ ਕਰ ਰਹੀ ਸੀ। ਮਾਂ ਚਾਹੁੰਦੀ ਸੀ ਕਿ ਸੁਮਨ ਸਾਰੇ ਫਰਜ਼ ਨਿਭਾਵੇ। ਦੇਖਿਆ ਜਾਵੇ ਤਾਂ ਮਾਂ ਦੀ ਗੱਲ ਵੀ ਸਹੀ ਸੀ, ਕਿਉਂਕਿ ਸੁਮਨ ਦੇ ਘਰ ਨਾ ਹੋਣ ਕਰਕੇ ਸਭ ਨੂੰ ਇਹੀ ਲੱਗਣ ਲੱਗਿਆ ਸੀ ਕਿ ਸੁਮਨ ਤੇ ਮੇਰੀ ਮਾਂ ਦੀ ਆਪਸ ਵਿੱਚ ਬਣਦੀ ਨਹੀਂ ਹੋਣੀ। ਜਦੋਂ ਸੁਮਨ ਘਰ ਆਈ ਤਾਂ ਮੈਂ ਉਸ ਨੂੰ ਕਿਹਾ ਕਿ 2-3 ਦਿਨ ਦੀ ਛੁੱਟੀ ਲੈ ਲੈਣੀ ਸੀ। ਮਾਂ ਨੇ ਕਿਹਾ ਹੈ,
ਪਰ ਮੇਰੀ ਗੱਲ ਸੁਣਦੇ ਹੀ ਸੁਮਨ ਗੁੱਸੇ ਵਿੱਚ ਕਹਿਣ ਲੱਗੀ, ਮੈਂ ਇੱਕ ਡਾਕਟਰ ਹਾਂ ਤੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੇਰੀ ਜ਼ਰੂਰਤ ਹੁੰਦੀ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਫਾਲਤੂ ਦੀਆਂ ਰਸਮਾਂ ਲਈ ਕੰਮ ਛੱਡ ਦੇਵਾਂ। ਮੈਨੂੰ ਲੱਗਿਆ ਕਿ ਸੁਮਨ ਵੀ ਠੀਕ ਕਹਿ ਰਹੀ ਹੈ। ਹਸਪਤਾਲ ਵਿੱਚ ਉਸ ਦੀ ਜ਼ਰੂਰਤ ਹੁੰਦੀ ਹੈ, ਜਦੋਂ ਆਪ ਬਿਮਾਰ ਹੁੰਦੀ ਹੈ ਉਦੋਂ ਵੀ ਛੁੱਟੀ ਨਹੀਂ ਕਰਦੀ। ਪਰ ਹੁਣ ਮੈਂ ਮਾਂ ਨੂੰ ਕਿਵੇਂ ਸਮਝਾਵਾਂਗਾ। ਫਿਰ ਸੁਮਨ ਮੈਨੂੰ ਕਹਿਣ ਲੱਗੀ, ਮੈਨੂੰ ਪਤਾ ਹੈ ਕਿ ਤੁਹਾਡੀ ਇਕਲੌਤੀ ਭੈਣ ਦਾ ਵਿਆਹ ਹੈ, ਪਰ ਮੇਰਾ ਕੰਮ ਵੀ ਜ਼ਰੂਰੀ ਹੈ, ਮੈਂ ਛੁੱਟੀ ਨਹੀਂ ਲੈ ਸਕਦੀ। ਮੈਂ ਉਸ ਦੀ ਮਜਬੂਰੀ ਸਮਝਦੇ ਹੋਏ ਉਸ ਨੂੰ ਕਿਹਾ ਕਿ ਤੂੰ ਤਸੱਲੀ ਨਾਲ ਆਪਣਾ ਕੰਮ ਕਰ, ਮਾਂ ਨੂੰ ਮੈਂ ਸਮਝਾ ਦੇਵਾਂਗਾ। ਉਹ ਕਹਿਣ ਲੱਗੀ ਕਿ ਮੈਂ ਇੰਨਾ ਪੈਸਾ ਕਮਾਉਣਾ ਚਾਹੁੰਦੀ ਹਾਂ ਕਿ ਮੈਨੂੰ ਕਿਸੇ ਚੀਜ਼ ਲਈ ਤਰਸਣਾ ਨਾ ਪਵੇ। ਸੁਮਨ ਦੀ ਗੱਲ ਮੈਨੂੰ ਅਜੀਬ ਜਿਹੀ ਲੱਗੀ, ਕਿਉਂਕਿ ਸਾਡੇ ਕੋਲ ਤਾਂ ਸਭ ਕੁਝ ਸੀ, ਪਰ ਫਿਰ ਵੀ ਇੰਨਾ ਪੈਸਾ ਕਮਾਉਣ ਦੀ ਖੁਆਇਸ਼ ਕਿਉਂ ਕਰ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਜੋ ਚਾਹੇ ਉਹ ਕਰ, ਬਸ ਵਿਆਹ ਵਾਲੇ ਦਿਨ ਛੁੱਟੀ ਕਰ ਲਵੀਂ, ਬਾਕੀ ਦਿਨ ਮੈਂ ਮਾਂ ਨੂੰ ਸਮਝਾ ਦੇਵਾਂਗਾ। ਸੁਮਨ ਨੇ ਕਿਹਾ ਠੀਕ ਹੈ। ਪਰ ਵਿਆਹ ਵਾਲੇ ਦਿਨ ਸਭ ਕੁਝ ਬਦਲ ਗਿਆ। ਮੇਰੀ ਮਾਂ ਦਾ ਮੂਡ ਬਹੁਤ ਖਰਾਬ ਸੀ। ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਨ ਕਰਕੇ ਮਾਂ ਤਾਂ ਪਹਿਲਾਂ ਹੀ ਮੈਥੋਂ ਨਾਰਾਜ਼ ਸੀ, ਉੱਤੋਂ ਸੁਮਨ ਦਾ ਰਵੱਈਆ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਿਹਾ ਸੀ। ਮਾਂ ਹਰ ਗੱਲ ਤੇ ਮੈਨੂੰ ਸੁਣਾਉਂਦੀ ਸੀ ਕਿ ਚੰਗਾ ਹੁੰਦਾ ਜੇ ਤੂੰ ਘਰੇਲੂ ਕੁੜੀ ਨਾਲ ਵਿਆਹ ਕਰਵਾ ਲੈਂਦਾ, ਘੱਟੋ ਘੱਟ ਤੈਨੂੰ ਤਾਂ ਸਮਾਂ ਦਿੰਦੀ, ਸਾਰੀ ਰਾਤ ਹਸਪਤਾਲ ਵਿੱਚ ਗੁਜ਼ਾਰ ਦਿੰਦੀ ਹੈ। ਹੁਣ ਤੱਕ ਕੋਈ ਬੱਚਾ ਵੀ ਨਹੀਂ ਹੋਇਆ। ਮੈਂ ਖਾਮੋਸ਼ੀ ਨਾਲ ਮਾਂ ਦੀਆਂ ਗੱਲਾਂ ਸੁਣ ਰਿਹਾ ਸੀ। ਸੁਮਨ ਅੱਜ ਘਰ ਹੀ ਸੀ, ਵਿਆਹ ਦੀ ਤਿਆਰੀ ਕਰ ਰਹੀ ਸੀ। ਅਸੀਂ ਪੈਲਸ ਨੂੰ ਜਾਣ ਹੀ ਲੱਗੇ ਕਿ ਸੁਮਨ ਨੂੰ ਫੋਨ ਆਇਆ, ਹਸਪਤਾਲ ਵਿੱਚ ਐਮਰਜੈਂਸੀ ਹੈ। ਸੁਮਨ ਉਹਨਾਂ ਨੂੰ ਨਾ ਆਉਣ ਬਾਰੇ ਕਹਿ ਰਹੀ ਸੀ, ਪਰ ਨਾ ਜਾਣੇ ਅੱਗਿਓਂ ਉਸ ਨੂੰ ਕੀ ਅਜਿਹਾ ਕਿਹਾ ਗਿਆ ਕਿ ਉਸਨੇ ਠੀਕ ਹੈ ਕਹਿ ਕੇ ਫੋਨ ਕੱਟ ਦਿੱਤਾ। ਉਹ ਕਹਿਣ ਲੱਗੀ ਮਜਬੂਰੀ ਹੈ, ਕੁਝ ਦੇਰ ਲਈ ਹਸਪਤਾਲ ਜਾਣਾ ਪਵੇਗਾ। ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਹਸਪਤਾਲ ਦੇ ਹੋਰ ਸਾਰੇ ਡਾਕਟਰ ਮਰ ਗਏ ਹਨ, ਜੋ ਤੈਨੂੰ ਹੀ ਜਾਣਾ ਪੈਣਾ। ਤੂੰ ਸਾਫ਼-ਸਾਫ਼ ਮਨਾ ਕਰ ਦਿੰਦੀ। ਤਾਂ ਉਹ ਰੋਣ ਲੱਗੀ ਕਿ ਮੇਰਾ ਮਰੀਜ਼ ਹੈ, ਉਸ ਦੀ ਹਿਸਟਰੀ ਮੈਨੂੰ ਹੀ ਪਤਾ ਹੈ, ਇਸ ਲਈ ਮੇਰਾ ਜਾਣਾ ਜ਼ਰੂਰੀ ਹੈ। ਤੁਸੀਂ ਘਰ ਵਾਲਿਆਂ ਨੂੰ ਥੋੜਾ ਸਮਾਂ ਕੋਈ ਬਹਾਨਾ ਬਣਾ ਦਿਓ। ਨਾ ਚਾਹੁੰਦੇ ਹੋਏ ਵੀ ਮੈਂ ਸੁਮਨ ਨੂੰ ਹਸਪਤਾਲ ਦੇ ਬਾਹਰ ਛੱਡ ਆਇਆ ਤੇ ਕਿਹਾ ਕਿ ਛੇਤੀ ਕੰਮ ਖਤਮ ਕਰਕੇ ਆ ਜਾਵੇਂ। ਮੈਂ ਪੈਲਸ ਪਹੁੰਚਿਆ ਤਾਂ ਸਾਰੇ ਮਹਿਮਾਨ ਆ ਚੁੱਕੇ ਸਨ। ਮਾਂ ਮੈਨੂੰ ਸੁਮਨ ਬਾਰੇ ਪੁੱਛਣ ਲੱਗੀ ਤਾਂ ਮੈਂ ਕਿਹਾ ਉਹ ਪਾਰਲਰ ਗਈ ਹੈ, ਥੋੜਾ ਟਾਈਮ ਲੱਗੇਗਾ। ਬਾਰਾਤ ਆ ਗਈ ਸੀ। ਮੈਂ ਸੁਮਨ ਨੂੰ ਕਈ ਵਾਰ ਫੋਨ ਕੀਤਾ ਪਰ ਉਸਨੇ ਨਾ ਚੁੱਕਿਆ। ਮਾਂ ਵਾਰ-ਵਾਰ ਮੇਰੇ ਵੱਲ ਸਵਾਲੀਆ ਨਜ਼ਰ ਨਾਲ ਦੇਖ ਰਹੀ ਸੀ। ਮਹਿਮਾਨ ਵੀ ਮਨ ਆਈਆਂ ਗੱਲਾਂ ਕਰਨ ਲੱਗੇ ਸਨ। ਮੇਰੀ ਭੈਣ ਦੀ ਵਿਦਾਈ ਹੋ ਚੁੱਕੀ ਸੀ। ਮਾਂ ਨੇ ਮੈਨੂੰ ਕਿਹਾ ਕਿ ਅੱਜ ਤੇਰੀ ਪਤਨੀ ਕਰਕੇ ਮੈਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ। ਇਸ ਹਿਸਾਬ ਨਾਲ ਤਾਂ ਉਹ ਸਾਡੇ ਮਰਨੇ ਤੇ ਵੀ ਨਹੀਂ ਆਵੇਗੀ। ਮਾਂ ਦਾ ਗੁੱਸਾ ਬਿਲਕੁਲ ਜਾਇਜ਼ ਸੀ। ਸੱਚ ਤਾਂ ਇਹ ਸੀ ਕਿ ਅੱਜ ਮੈਨੂੰ ਵੀ ਸੁਮਨ ਤੇ ਗੁੱਸਾ ਆ ਰਿਹਾ ਸੀ। ਮੈਂ ਪੈਲਸ ਤੋਂ ਸਿੱਧਾ ਹਸਪਤਾਲ ਹੀ ਪਹੁੰਚ ਗਿਆ। ਅੱਜ ਤੱਕ ਮੈਂ ਹਸਪਤਾਲ ਦੇ ਅੰਦਰ ਨਹੀਂ ਗਿਆ ਸੀ, ਬਸ ਸੁਮਨ ਨੂੰ ਬਾਹਰ ਹੀ ਛੱਡ ਕੇ ਮੁੜ ਜਾਂਦਾ ਸੀ। ਪਰ ਅੱਜ ਜਦੋਂ ਮੈਂ ਹਸਪਤਾਲ ਦੇ ਅੰਦਰ ਗਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ। ਇੱਥੇ ਤਾਂ ਬੱਚੇ ਐਡਮਿਟ ਸਨ। ਮੈਂ ਸੁਮਨ ਨੂੰ ਇੱਕ ਕਮਰੇ ਵਿੱਚ ਜਾਂਦੇ ਦੇਖਿਆ, ਇਸ ਲਈ ਉਸ ਨੂੰ ਲੱਭਣ ਵਿੱਚ ਜ਼ਿਆਦਾ ਸਮਾਂ ਨਾ ਲੱਗਿਆ। ਮੈਂ ਵੀ ਉਸ ਦੇ ਪਿੱਛੇ ਸੀ। ਉਸ ਕਮਰੇ ਵੱਲ ਚਲਿਆ ਗਿਆ, ਪਰ ਕਮਰੇ ਅੰਦਰ ਜੋ ਮੰਜ਼ਰ ਦੇਖਿਆ ਤਾਂ ਮੇਰਾ ਦਿਲ ਦਹਿਲ ਗਿਆ। ਕਮਰੇ ਵਿੱਚ ਸੁਮਨ ਇਕੱਲੀ ਨਹੀਂ ਸੀ, ਉਸ ਨਾਲ 4 ਮਰਦ ਵੀ ਸਨ। ਉੱਥੇ ਜੋ ਵੀ ਚੱਲ ਰਿਹਾ ਸੀ ਉਹ ਦੇਖ ਕੇ ਮੇਰੀ ਤਾਂ ਧੜਕਣ ਹੀ ਰੁਕ ਗਈ। ਮੇਰੀ ਪਤਨੀ, ਜਿਸ ਨੂੰ ਮੈਂ ਮਸੀਹਾ ਮੰਨਦਾ ਸੀ, ਅਸਲ ਵਿੱਚ ਉਹ ਅੰਦਰ ਤੋਂ ਹੈਵਾਨ ਸੀ। ਮੈਂ ਹਸਪਤਾਲ ਤੋਂ ਬਾਹਰ ਆ ਕੇ ਫੁੱਟਪਾਥ ਤੇ ਬੈਠ ਗਿਆ। ਮੈਂ ਇੰਨੇ ਸਾਲਾਂ ਵਿੱਚ ਸੁਮਨ ਦਾ ਅਸਲੀ ਰੂਪ ਨਾ ਦੇਖ ਸਕਿਆ। ਮੈਨੂੰ ਉਸ ਨਾਲ ਨਫ਼ਰਤ ਹੋਣ ਲੱਗੀ, ਪਰ ਨਾਲ-ਨਾਲ ਅਫਸੋਸ ਵੀ ਹੋ ਰਿਹਾ ਸੀ ਕਿ ਮੈਂ ਸੁਮਨ ਦਾ ਅਸਲੀ ਚਿਹਰਾ ਪਛਾਣ ਨਹੀਂ ਸਕਿਆ ਸੀ। ਉਸ ਦੀ ਖਾਤਰ ਮੈਂ ਆਪਣੀ ਮਾਂ ਨੂੰ ਵੀ ਨਾਰਾਜ਼ ਕਰ ਲਿਆ ਸੀ। ਮੈਂ ਤਾਂ ਉਸ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਸ ਦੀ ਸੱਚਾਈ ਜਾਣਨ ਤੋਂ ਬਾਅਦ ਮੈਨੂੰ ਉਸ ਨਾਲ ਨਫ਼ਰਤ ਹੋ ਚੁੱਕੀ ਸੀ।
ਮੈਂ ਇੱਕ ਅਜਿਹੀ ਔਰਤ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਸੀ ਜੋ ਔਰਤ ਕਹਾਉਣ ਦੇ ਵੀ ਲਾਇਕ ਨਹੀਂ ਸੀ। ਮੈਂ ਜਾਣ ਗਿਆ ਸੀ ਕਿ ਰੱਬ ਨੇ ਸਾਨੂੰ ਔਲਾਦ ਕਿਉਂ ਨਹੀਂ ਦਿੱਤੀ। ਮਾਂ ਬਣਨਾ ਸੁਮਨ ਵਰਗੀਆਂ ਔਰਤਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ ਜੋ ਦੂਜਿਆਂ ਦੀ ਔਲਾਦ ਨਾਲ ਖਿਲਵਾੜ ਕਰਦੀ ਹੋਵੇ। ਬਹੁਤ ਸੋਚਣ ਤੇ ਸਮਝਣ ਤੋਂ ਬਾਅਦ ਮੈਂ ਸਿੱਧਾ ਪੁਲਿਸ ਨੂੰ ਫੋਨ ਲਾਇਆ। ਉਹਨਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਪੁਲਿਸ ਵਾਲੇ ਮੌਕੇ ਤੇ ਪਹੁੰਚ ਗਏ। ਸੁਮਨ ਤੇ ਉਹਨਾਂ 4 ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ। ਮੈਂ ਉਹਨਾਂ ਸਭ ਦੇ ਖਿਲਾਫ ਗਵਾਹੀ ਦੇਣ ਲਈ ਤਿਆਰ ਸੀ। ਸੁਮਨ ਉਹਨਾਂ ਦੇ ਨਾਲ ਮਿਲ ਕੇ ਇੱਕ ਬੱਚੇ ਦੇ ਗੁਰਦੇ ਕੱਢਣ ਦੀ ਤਿਆਰੀ ਕਰ ਰਹੀ ਸੀ। ਉਹਨਾਂ ਵਿੱਚ ਹੋਣ ਵਾਲੀ ਗੱਲਬਾਤ ਤੋਂ ਮੈਨੂੰ ਸਾਰਾ ਕੁਝ ਪਤਾ ਚੱਲ ਗਿਆ ਸੀ। ਇਹ ਸਾਰੇ ਮਿਲ ਕੇ ਗੈਰ ਕਾਨੂੰਨੀ ਢੰਗ ਨਾਲ ਇਹ ਕੰਮ ਕਰਦੇ ਸਨ। ਇਹ ਗਰੀਬਾਂ ਦੇ ਬੱਚੇ ਹੁੰਦੇ ਸਨ। ਹਸਪਤਾਲ ਵਾਲੇ ਸੁਮਨ ਨਾਲ ਮਿਲ ਕੇ ਮਾਸੂਮ ਬੱਚਿਆਂ ਦੇ ਅੰਗਾਂ ਦੀ ਤਸਕਰੀ ਕਰਦੇ ਸਨ। ਸੁਮਨ ਨੇ ਪੈਸਾ ਕਮਾਉਣ ਲਈ ਨਾਲ ਮਿਲ ਕੇ ਮਾਸੂਮ ਬੱਚਿਆਂ ਦੇ ਅੰਗਾਂ ਦੀ ਤਸਕਰੀ ਕਰਦੇ ਸਨ। ਸੁਮਨ ਨੇ ਪੈਸਾ ਕਮਾਉਣ ਲਈ ਕਿੰਨਾ ਗਲਤ ਰਸਤਾ ਅਪਣਾਇਆ ਸੀ। ਮੈਂ ਸੁਮਨ ਨੂੰ ਪੁੱਛਿਆ ਕਿ ਕੀ ਕਮੀ ਸੀ ਸਾਡੇ ਕੋਲ ਜੋ ਤੂੰ ਇਹ ਸਭ ਕੀਤਾ, ਪਰ ਉਸ ਕੋਲ ਕੋਈ ਜਵਾਬ ਨਹੀਂ ਸੀ। ਪੈਸਿਆਂ ਦੇ ਲਾਲਚ ਵਿੱਚ ਕਦੇ-ਕਦੇ ਇਨਸਾਨ ਖੁਦ ਆਪਣੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਸੋ ਦੋਸਤੋ, ਇਸ ਕਹਾਣੀ ਨੂੰ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਮੀਦ ਕਰਦਾ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਵੀਡੀਓ ਨੂੰ ਜ਼ਰੂਰ ਲਾਈਕ ਤੇ ਕਮੈਂਟਸ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।